ਆਈਪੀਐਸ ਮੈਥ ਕਲਾਸਿਸ YouTube ਚੈਨਲ ਵਿੱਚ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਹੈ। ਹੁਣ ਘਰ ਬੈਠੇ ਹੀ YouTube ਤੇ ਮੈਥ ਸਿੱਖਣ ਲਈ ਆਈਪੀਐਸ ਮੈਥ ਕਲਾਸਿਸ YouTube ਚੈਨਲ ਨੂੰ ਆਪ ਵੀ ਸਬਸਕ੍ਰਾਈਬ ਕਰੋ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਸਬਸਕ੍ਰਾਈਬ ਕਰਵਾਓ। ਆਈਪੀਐਸ ਮੈਥ ਕਲਾਸਿਸ YouTube ਚੈਨਲ ਵਿੱਚ 9ਵੀਂ ਕਲਾਸ ਦੇ ਵਿਦਿਆਰਥੀਆਂ ਦਾ ਸਵਾਗਤ ਹੈ। ਤਾਂ ਵਿਦਿਆਰਥੀਓ ਪਾਰਟ 1 ਦੀ ਵੀਡੀਓ ਦੇ ਵਿੱਚ ਐਕਸਰਸਾਈਜ਼ 10.5 ਇਸ ਦੇ ਪਹਿਲੇ 4 ਕੁਐਸਚਨ ਕੰਪਲੀਟ ਕਰ ਚੁੱਕੇ ਸੀ। आओ ਆਪਾਂ ਅੱਜ 5th ਕੁਐਸਚਨ ਸਟਾਰਟ ਕਰਦੇ ਹਾਂ। ਤਾਂ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ 5th 6th 7th ਅਤੇ 8th ਕੁਐਸਚਨ ਕੰਪਲੀਟ ਕਰਾਂਗੇ ਅਤੇ ਪਾਰਟ 3 ਦੀ ਵੀਡੀਓ ਦੇ ਵਿੱਚ 9th 10th 11th ਅਤੇ 12th ਕੁਐਸਚਨ ਕੰਪਲੀਟ ਕਰਾਂਗੇ। ਤਾਂ ਆਓ ਵਿਦਿਆਰਥੀਓ ਕੁਐਸਚਨ ਨੰਬਰ 5th ਸਟਾਰਟ ਕਰਦੇ ਹਾਂ। ਚਿੱਤਰ ਵਿੱਚ ਇਹ ਚਿੱਤਰ ਦੇਖੋ ਵਿਦਿਆਰਥੀਓ, ਇੱਕ ਚੱਕਰ ਤੇ ABC ਅਤੇ D 4 ਬਿੰਦੂ ਦੇਖੋ ABCD AC ਅਤੇ BD ਬਿੰਦੂ E ਤੇ ਇਸ ਤਰ੍ਹਾਂ ਕੱਟਦੇ ਹਨ। AC ਤੇ BD ਇਸ ਤਰ੍ਹਾਂ ਕੱਟਦੇ ਹਨ ਕਿ ਕੋਣ BEC ਅੰਦਰ ਵਾਲਾ ਕੋਣ 130 ਡਿਗਰੀ ਅਤੇ ECD 20 ਡਿਗਰੀ ਹੈ। ਤਾਂ ਕੋਣ BAC ਪਤਾ ਕਰੋ। BAC ਕੋਣ ਆਪਾਂ ਪਤਾ ਕਰਨਾ ਹੈ। ਤਾਂ ਆਓ ਵਿਦਿਆਰਥੀਓ ਸ਼ੁਰੂਆਤ ਕਰਦੇ ਹਾਂ। ਚਿੱਤਰ ਵਿੱਚ BED ਇੱਕ ਸਰਲ ਰੇਖਾ ਹੈ। ਆ ਦੇਖੋ BED ਇੱਕ ਸਰਲ ਰੇਖਾ ਹੈ, ਸਿੱਧੀ ਰੇਖਾ। ਤਾਂ ਵਿਦਿਆਰਥੀਓ ਸਰਲ ਰੇਖਾ ਦੇ ਜਿਹੜੇ ਕੋਣ ਬਣਦੇ ਹਨ ਉਹਨਾਂ ਦਾ ਜੋੜ ਕਿੰਨਾ ਹੁੰਦਾ 180 ਡਿਗਰੀ। ਇਹ ਦੋ ਕੋਣ ਬਣ ਰਹੇ ਹਨ, ਇੱਕ ਇਹ ਵਾਲਾ ਤੇ ਇੱਕ ਇਹ ਵਾਲਾ ਬਾਹਰ ਵਾਲਾ। ਤਾਂ ਰੇਖਾ EC ਤੇ ਸਥਿਤ ਖੜੀ ਰੇਖਾ ਹੈ। ਇੱਧਰ ਜਿਹੜੀ ਹੈ ਰੇਖਾ ਖੜੀ ਹੈ। ਤਾਂ ਅੰਦਰ ਵਾਲੇ ਆਹ ਦੋ ਕੋਣ ਵੀ ਜੋੜ ਕਿੰਨਾ ਹੋਊਗਾ 180, ਇੱਧਰ ਵਾਲੇ ਵੀ ਤੇ ਬਾਹਰ ਵਾਲੇ ਵੀ। ਤਾਂ ਅੰਦਰ ਵਾਲੇ ਕੋਣ ਜਿਹੜੇ ਹੈ ਦੇਖੋ ਰੇਖੀ ਜੋੜੇ ਦੇ ਕੋਣਾਂ ਅਨੁਸਾਰ। ਤਾਂ ਕਿਹੜੇ ਕਿਹੜੇ ਕੋਣ ਹੈ BEC ਪਲੱਸ DEC ਜਾਂ CED ਦੋਵਾਂ ਦਾ ਜੋੜ ਕਿੰਨਾ ਹੋਏਗਾ 180 ਡਿਗਰੀ। ਤਾਂ ਵਿਦਿਆਰਥੀਓ BEC ਦੀ ਵੈਲਿਊ ਜਿਹੜੀ ਹੈ 130 ਡਿਗਰੀ ਹੈ। 130 ਡਿਗਰੀ ਫਿਲ ਕਰਤੀ, ਵੈਲਿਊ ਭਰਤੀ। CED ਕੋਣ ਬਰਾਬਰ ਕਿੰਨਾ ਆ ਗਿਆ 180। 180 ਦੇ ਵਿੱਚੋਂ 130 ਉਧਰ ਜਾ ਕੇ ਕੀ ਹੋ ਗਏ ਮਾਈਨਸ CED ਦੀ ਵੈਲਿਊ ਕਿੰਨੀ ਆ ਗਈ 180 ਚ 130 ਗਏ, ਕਿੰਨੇ ਰਹਿ ਗਏ 50 ਡਿਗਰੀ। ਤਾਂ ਵਿਦਿਆਰਥੀਓ ਹੁਣ ਟ੍ਰਾਇੰਗਲ ਲੈ ਲਓ EDC, ਇਹ ਤਿੰਨ ਟ੍ਰਾਇੰਗਲ, ਇਹ ਕੋਣ ਆਪਾਂ ਪਤਾ ਕਰ ਲਿਆ ਇਹ ਕਿੰਨੇ ਡਿਗਰੀ ਦਾ ਆ ਗਿਆ 50। ਤਾਂ ਹੁਣ ਵਿਦਿਆਰਥੀਓ ਇਹ ਕੋਣ ਆਪਾਂ ਪਤਾ ਕਰਾਂਗੇ। ਫਿਰ ਇੱਕੋ ਚੱਕਰ ਖੰਡ ਦੇ ਜਿਹੜੇ ਕੋਣ ਬਰਾਬਰ ਹੁੰਦੇ ਹਨ ਉਹਦੇ ਨਾਲ ਆਪਾਂ ਇਹ ਵਾਲਾ ਕੋਣ ਪਤਾ ਕਰ ਲਾਂਗੇ। ਤਾਂ ਵਿਦਿਆਰਥੀਓ ਪਹਿਲਾਂ ਇਸ ਟ੍ਰਾਇੰਗਲ ਦੇ ਵਿੱਚ ਆ ਗਏ ਤੇ ਕੋਣ ECD ਵਿੱਚ ਤ੍ਰਿਭੁਜ ਦੇ ਤਿੰਨਾਂ ਕੋਣਾਂ ਜੋੜ ਕਿੰਨਾ ਹੁੰਦਾ 180 ਡਿਗਰੀ। ਤਾਂ ਤਿੰਨ ਕੋਣ ਕਿਹੜੇ ਕਿਹੜੇ ਹੈ EDC ਪਲੱਸ CED ਤੇ ਲਾਸਟ ECD, ਤਿੰਨਾਂ ਕੋਣਾਂ ਜੋੜ ਕਿੰਨਾ ਹੁੰਦਾ 180 ਡਿਗਰੀ। ਤਾਂ EDC ਆਪਾਂ ਪਤਾ ਕਰਨਾ ਹੈ। CED ਆਪਣੇ ਕੋਲ 50 ਕੋਣ ਆ ਗਿਆ ਸੀ, ਉੱਪਰ ਸਿੱਧ ਕੀਤਾ ਸੀ, ਇੱਥੇ ਨਿਕਾਲਿਆ ਸੀ। ਇਹ ਆਪਣੇ ਕੋਲ 20 ਦਿੱਤਾ ਹੈ। 50 ਤੇ 20 ਬਰਾਬਰ ਕਿੰਨਾ ਆ ਗਿਆ 180। 50 ਤੇ 20 ਦਾ ਜੋੜ ਕਿੰਨਾ ਹੋ ਗਿਆ 70। 70 ਨੂੰ ਲੈਫਟ ਸਾਈਡ ਤੇ ਸ਼ਿਫਟ ਕਰਤਾ ਰਾਈਟ ਸਾਈਡ ਤੇ। 180 ਚੋਂ 70 ਗਏ, ਕਿੰਨੇ ਰਹਿ ਗਏ 110। EDC ਕੋਣ ਕਿੰਨਾ ਆ ਗਿਆ 110 ਡਿਗਰੀ। ਇਹ ਵਾਲਾ ਕੋਣ ਆਪਣੇ ਕੋਲ ਆ ਗਿਆ 110 ਡਿਗਰੀ। ਤਾਂ ਵਿਦਿਆਰਥੀਓ ਹੁਣ ਇੱਕੋ ਚੱਕਰ ਖੰਡ ਵਿੱਚ ਬਣੇ ਕੋਣ ਕੀ ਹੁੰਦੇ ਹਨ ਬਰਾਬਰ ਹੁੰਦੇ ਹਨ। ਤਾਂ ਵਿਦਿਆਰਥੀਓ ਦੇਖੋ EDC ਬਰਾਬਰ 110 ਉਹ ਬਰਾਬਰ ਹੋਏਗਾ BDC ਦੇ। BDC ਕੋਣ ਕਿਸ ਦੇ ਬਰਾਬਰ ਹੋਏਗਾ BDC, ਪੂਰਾ ਵੱਡਾ ਕੋਣ ਬਣਾ ਲਿਆ ਆਪਾਂ BDC। ਤਾਂ ਦੇਖੋ ਫਿਰ ਇੱਕੋ ਚੱਕਰ ਖੰਡ ਵਿੱਚ ਬਣੇ ਕੋਣ ਕੀ ਹੁੰਦੇ ਹਨ ਬਰਾਬਰ ਹੁੰਦੇ ਹਨ। ਤਾਂ ਦੂਸਰਾ ਕੋਣ ਕਿਹੜਾ ਹੈ BAC, ਉਹ ਬਰਾਬਰ ਹੋਏਗਾ BDC। ਤਾਂ BAC ਬਰਾਬਰ BDC। BDC ਦੀ ਵੈਲਿਊ ਫਿਰ ਕਿੰਨੀ ਆ ਗਈ 110 ਡਿਗਰੀ, ਉਹ ਆਪਾਂ ਨੂੰ ਦਿੱਤੀ ਹੋਈ ਸੀ ਉੱਪਰ, ਆਪਾਂ ਨਿਕਾਲੀ ਸੀਗੀ। BAC ਕੋਣ ਜਿਹੜਾ ਇੱਥੇ ਨਿਕਾਲੀ ਸੀ ਆਪਾਂ 110। ਤਾਂ ਫਿਰ BAC ਕੋਣ ਵੀ ਕਿੰਨਾ ਆ ਜਾਏਗਾ 110 ਡਿਗਰੀ। ਤਾਂ ਵਿਦਿਆਰਥੀਓ ਕੁਐਸਚਨ ਨੰਬਰ 5 ਕੰਪਲੀਟ ਹੋ ਗਿਆ। ਤਾਂ ਕੁਐਸਚਨ ਨੰਬਰ 6 ਕਰਨ ਜਾ ਰਹੇ ਹਾਂ ਆਪਾਂ। ਕੁਐਸਚਨ ਨੰਬਰ 6, ABCD ਇੱਕ ਚੱਕਰੀ ਚਤੁਰਭੁਜ ਹੈ ਜਿਸ ਦੇ ਵਿਕਰਨ ਬਿੰਦੂ E ਉੱਪਰ ਕੱਟਦੇ ਹਨ। ABCD ਇੱਕ ਚੱਕਰੀ ਚਤੁਰਭੁਜ ਹੈ, ਇਸ ਦੇ ਜਿਹੜੇ ਵਿਕਰਨ ਹੈ, ਵਿਕਰਨ ਕਿਹੜੇ ਹੈ AC ਅਤੇ BD ਆਪਸ ਵਿੱਚ E ਬਿੰਦੂ ਤੇ ਕੱਟਦੇ ਹਨ। ਤੇ ਜੇਕਰ DBC 70 ਡਿਗਰੀ ਹੋਵੇ, ਉਸ ਤੋਂ ਬਾਅਦ BAC 30 ਡਿਗਰੀ ਹੋਵੇ ਤਾਂ ਕੋਣ BCD ਪਤਾ ਕਰੋ। BCD ਇਹ ਵਾਲਾ ਕੋਣ ਪਤਾ ਕਰਨਾ ਹੈ।
बी सी डी ये वाला कोण पूरा। एक विद्यार्थियों आपां पता करना है, नाल दिता है फिर जेकर ए बी बराबर बी सी होवे ई सी डी भी पता करो। ई सी डी ये वाला छोटा कोण। तो देखो विद्यार्थियों बी डी सी ਅਤੇ बी ए सी इक्को चाप बी सी द्वारा बने कोण ਹਨ। ਜਿਹੜਾ बी डी सी कोण है देखो बी डी सी ਤੇ ਦੂਜਾ बी ए सी ਇੱਕੋ ਚਾਪ ਦੁਆਰਾ ਬਣੇ ਕੋਣ ਹਨ। ਤਾਂ ਫਿਰ ਇੱਕੋ ਚੱਕਰਖੰਡ ਵਿੱਚ ਬਣੇ ਕੋਣ ਕੀ ਹੁੰਦੇ ਹਨ, ਨਾਲੇ ਬਰਾਬਰ ਹੁੰਦੇ ਹਨ। ਤਾਂ बी डी सी ਕੋਣ ਬਰਾਬਰ बी ए सी ਕੋਣ। बी ए सी ਆਪਾਂ ਨੂੰ 30 ਡਿਗਰੀ ਦਿੱਤਾ ਹੈ, ਤਾਂ ਫਿਰ बी डी सी ਕੋਣ ਵੀ ਕਿਹਦੇ ਬਰਾਬਰ ਹੋਏਗਾ 30 ਡਿਗਰੀ ਦੇ। ਤਾਂ बी डी सी ਕੋਣ ਆਪਣੇ ਕੋਲ ਕਿੰਨਾ ਆ ਗਿਆ 30 ਡਿਗਰੀ। ਤਾਂ ਨੈਕਸਟ ਕੁਐਸਚਨ ਨੈਕਸਟ ਪਾਰਟ। ਹੁਣ त्रिभुज BCD ਦੇ ਵਿੱਚ ਦੇਖੋ त्रिभुज BCD BCD ਇਹ ਤਿੰਨ ਕੋਣ ਆ ਗਏ ਵਿਦਿਆਰਥੀਓ। ਇਹਨਾਂ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ 180 ਡਿਗਰੀ। ਤਾਂ ਵਿਦਿਆਰਥੀਓ ਆ ਪੂਰਾ ਕੋਣ ਜਿਹੜਾ ਹੈ ਆਪਾਂ ਪਤਾ ਕਰ ਲਾਂਗੇ। ਤਾਂ ਦੇਖੋ त्रिभुज ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਤਾਂ BDC plus DBC plus BCD ਬਰਾਬਰ 180। ਤਾਂ BDC ਵਿਦਿਆਰਥੀਓ ਆਪਣੇ ਕੋਲ 30 ਡਿਗਰੀ ਆਇਆ ਹੈ, ਇਹ 70 ਡਿਗਰੀ ਆਇਆ ਹੈ। ਤਾਂ BCD ਦੀ ਵੈਲਿਊ ਕਿੰਨੇ ਬਰਾਬਰ ਆ ਗਈ 180। BCD 70 ਤੇ 30 ਦਾ ਜੋੜ 100। ਤਾਂ BCD ਬਰਾਬਰ 180। BCD ਕੋਣ ਆ ਗਿਆ 180 ਮਾਈਨਸ 100 ਬਰਾਬਰ 180 ਚੋਂ 100 ਘਟਾਏ 80 ਡਿਗਰੀ। ਤਾਂ ਵਿਦਿਆਰਥੀਓ BCD ਕੋਣ ਆਪਾਂ ਪਤਾ ਕਰ ਲਿਆ। ਇੱਕ ਜਿਹੜਾ ਕੋਣ ਹੈ ਉਹ ਆਪਾਂ ਪਤਾ ਕਰਨਾ ਸੀਗਾ BCD, ਉਹ ਆਪਾਂ ਪਤਾ ਕਰ ਲਿਆ, ਉਹ ਕਿੰਨਾ ਆ ਗਿਆ 180। ਹੁਣ ਕੱਲਾ ਜਿਹੜਾ ਹੈ ਉਹ ਆਪਣੇ ਕੋਲ 80 ਡਿਗਰੀ ਆ ਗਿਆ। ECD ਕੋਣ ਪਤਾ ਕਰਨਾ ਹੈ ਹੁਣ ਆਪਾਂ। ਤਾਂ ਦੇਖੋ ਆਪਾਂ ਨੂੰ ਦਿੱਤਾ ਹੈ त्रिभुज ABC ਵਿੱਚ AB ਬਰਾਬਰ BC ਦਿੱਤਾ ਹੈ। ਤੇ ਜੇ AB BC ਦੇ ਬਰਾਬਰ ਹੈ ਤਾਂ ਉਹਨਾਂ ਦੇ ਸਨਮੁਖ ਕੋਣ ਵੀ ਕੀ ਹੋਣਗੇ ਬਰਾਬਰ ਹੋਣਗੇ। ਤਾਂ ਕੋਣ BCE ਬਰਾਬਰ BAC। ਤਾਂ ਦੇਖੋ ਵਿਦਿਆਰਥੀਓ AB ਤੇ AC ਬਰਾਬਰ ਹਨ। ਆ AB ਤੇ ਨਾਲ ਆਪਾਂ ਨੂੰ ਕੀ ਦਿੱਤਾ ਹੈ BC ਬਰਾਬਰ ਹਨ। AB ਤੇ BC ਬਰਾਬਰ ਹਨ। ਇਹਨਾਂ ਦੇ ਸਾਹਮਣੇ ਵਾਲੇ ਕੋਣ ਵੀ ਕੀ ਹੋਣਗੇ ਬਰਾਬਰ ਹੋਣਗੇ। ਤਾਂ AB ਦੇ ਸਾਹਮਣੇ ਵਾਲਾ ਕੋਣ ਵਿਦਿਆਰਥੀਓ BCA ਤੇ BAC ਦੋਵੇਂ ਬਰਾਬਰ ਹੋਣਗੇ। BAC ਆਪਣੇ ਕੋਲ 30 ਡਿਗਰੀ ਦਿੱਤਾ ਸੀਗਾ, ਤਾਂ BCA ਵੀ ਕਿੰਨਾ ਆ ਜਾਏਗਾ 30। ਤਾਂ BCD ਆਪਾਂ ਹੁਣੇ ਉੱਪਰ ਕੱਢਿਆ ਉਹ ਕਿੰਨਾ ਸੀਗਾ 80। ਫਿਰ ਵਿਦਿਆਰਥੀਓ ECD ਤੇ BCE ਦਾ ਜੋੜ ਕਿੰਨਾ ਹੈ 80 ਡਿਗਰੀ। ECD ਕੋਣ ਪਲੱਸ ਜਿਹੜਾ ਦੂਸਰਾ ਕੋਣ ਹੈ ਆਪਣੇ ਕੋਲ BCE ਇਹਨਾਂ ਦੋਨਾਂ ਦਾ ਜੋੜ, ਇਹ ਦੋਵੇਂ ਕੋਣਾਂ ਦਾ ਜੋੜ ਕਿੰਨਾ ਹੈ 80 ਡਿਗਰੀ। ਤਾਂ ਦੇਖੋ ਵਿਦਿਆਰਥੀਓ ECD plus BCE ਬਰਾਬਰ 80। BCE ਆਪਣੇ ਕੋਲ ਕਿੰਨਾ ਹੈ 30 ਡਿਗਰੀ। ਤਾਂ ਵਿਦਿਆਰਥੀਓ ਦੀ ਵੈਲਿਊ ਫਿਲ ਕਰ ਦਿਓ। ECD ਕੋਣ ਕਿੰਨਾ ਆ ਗਿਆ 80 ਮਾਈਨਸ 30। 80 ਮਾਈਨਸ 30 ਕਿੰਨਾ ਆ ਗਿਆ 50 ਡਿਗਰੀ। ਤਾਂ ਵਿਦਿਆਰਥੀਓ ਇਹ ਦੋ ਕੋਣ ਹੀ ਪਤਾ ਕਰਨੇ ਸੀ। BCD ਕੋਣ 80 ਡਿਗਰੀ, ECD ਬਰਾਬਰ 30 ਡਿਗਰੀ। ਤਾਂ ਕੁਐਸਚਨ ਨੰਬਰ 6 ਕੰਪਲੀਟ ਹੋ ਗਿਆ ਵਿਦਿਆਰਥੀਓ। 7th ਕੁਐਸਚਨ, ਜੇਕਰ ਇੱਕ ਚਤੁਰਭੁਜ ਦੇ ਵਿਕਰਨ ਉਸ ਦੇ ਸਿਖਰਾਂ ਵਿੱਚੋਂ ਹੋ ਕੇ ਜਾਣ ਵਾਲੇ ਚੱਕਰ ਦੇ ਵਿਆਸ ਹਨ ਤਾਂ ਸਿੱਧ ਕਰੋ ਕਿ ਉਹ ਆਇਤ ਹੈ। ਤਾਂ ਵਿਦਿਆਰਥੀਓ ਇਹ ਡਾਇਗਰਾਮਸ ਬਣੀ ਹੈ, ਦੇਖੋ ਤੁਸੀਂ। ਆਪਾਂ ਸਿੱਧ ਕਰਨਾ ਹੈ ਕਿ ਜਿਹੜੀ ABCD ਹੈ ਉਹ ਕੀ ਹੈ ਇੱਕ ਆਇਤ ਹੈ। ਆਪਾਂ ਨੂੰ ਗਿਵਨ ਕੀ ਹੈ ABCD ਇੱਕ ਚੱਕਰੀ ਚਤੁਰਭੁਜ ਹੈ ਜਿਸ ਵਿੱਚ ਜਿਹੜੇ ਵਿਕਰਨ ਹੈ AC ਤੇ BD, AC ਵਿਕਰਨ ਤੇ BD ਵਿਕਰਨ ਇਹ ਆਪਸ ਵਿੱਚ ਬਿੰਦੂ O ਤੇ ਕੱਟਦੇ ਹਨ। ਸਿੱਧ ਕੀ ਕਰਨਾ ਹੈ ਚਤੁਰਭੁਜ ABCD ਇੱਕ ਆਇਤ ਹੈ। ਤਾਂ ਸਬੂਤ ਵਿਦਿਆਰਥੀਓ ਚੱਕਰੀ ਚਤੁਰਭੁਜ ABCD ਤਾਂ ਇਹ ਅਰਧ ਵਿਆਸ ਹੈ OA ਬਰਾਬਰ OB, OC ਬਰਾਬਰ OD। ਇਹ ਸਾਰੇ ਦੇ ਸਾਰੇ ਕੀ ਹੈ ਅਰਧ ਵਿਆਸ। ਅਰਧ ਵਿਆਸ ਕੀ ਹੁੰਦੇ ਹਨ ਬਰਾਬਰ ਹੁੰਦੇ ਹਨ। ਚੱਕਰ ਦੇ ਅਰਧ ਵਿਆਸ ਕੀ ਹੁੰਦੇ ਹਨ ਬਰਾਬਰ। ਤਾਂ OA ਤੇ OC ਬਰਾਬਰ, OA ਤੇ OC ਜੇ ਬਰਾਬਰ ਹੈ ਤਾਂ 1/2 AC ਹੋਏਗਾ। AC ਜਿਹੜੀ ਭੁਜਾ ਹੈ ਉਸ ਦਾ ਕੀ ਹੋਏਗਾ ਹਾਫ ਹੋਏਗਾ। ਤਾਂ OB ਅਤੇ OD ਇਹ ਬਰਾਬਰ ਹਨ ਤਾਂ 1/2 ਗੁਣਾ ਕੀ ਹੋਏਗਾ BD, ਇਹ ਪੂਰੀ BD ਭੁਜਾ ਦਾ ਕੀ ਹੋਏਗਾ ਹਾਫ ਹੋਏਗਾ। ਤਾਂ ਫਿਰ ਜੇ ਸਾਰੇ ਬਰਾਬਰ ਹਨ ਤਾਂ 1/2 AC ਉਹ ਬਰਾਬਰ ਕਿਹਦੇ ਹੋਏਗਾ 1/2 BD। 1/2 ਨਾਲ 1/2 ਕੈਂਸਲ, AC ਕਿਹਦੇ ਬਰਾਬਰ ਆ ਜਾਏਗਾ BD ਦੇ।
AC ਬਰਾਬਰ BD ਜਦੋਂ ਚਤੁਰਭੁਜ ਦੇ ਵਿਕਰਨ ਬਰਾਬਰ ਹੋਣ ਅਤੇ ਬਰਾਬਰ ਸਮ ਦੋ ਭਾਜਿਤ ਕਰਨ ਤਾਂ ਉਹ ਕੀ ਹੁੰਦੀ ਹੈ? ਆਇਤ ਹੁੰਦੀ ਹੈ। ਤਾਂ ਇੱਥੋਂ ਵਿਦਿਆਰਥੀਓ ਸਿੱਧ ਹੋ ਗਿਆ ਕਿ ਚਤੁਰਭੁਜ ABCD ਇੱਕ ਆਇਤ ਹੈ। ਤਾਂ ਵਿਦਿਆਰਥੀਓ ਆਖਰੀ ਕੁਐਸਚਨ ਪਾਰਟ 2 ਦੀ ਵੀਡੀਓ ਦੇ ਵਿੱਚ, ਪਾਰਟ 3 ਦੀ ਵੀਡੀਓ ਦੇ ਵਿੱਚ ਕੁਐਸਚਨ ਨੰਬਰ 9th ਕੁਐਸਚਨ ਨੰਬਰ 10th ਕਰਾਂਗੇ। 11th ਤੇ 12th ਅਗਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਵਿਦਿਆਰਥੀਓ। ਕੁਐਸਚਨ ਨੰਬਰ 8, ਜੇਕਰ ਇੱਕ ਸਮਲੰਬ ਚਤੁਰਭੁਜ ਦੀਆਂ ਅਸਮਾਂਤਰ ਭੁਜਾਵਾਂ ਬਰਾਬਰ ਹੋਣ ਤਾਂ ਸਿੱਧ ਕਰੋ ਉਹ ਚੱਕਰੀ ਹੈ। ਤਾਂ ਵਿਦਿਆਰਥੀਓ ਇਹ ਅਸਮਾਂਤਰ ਭੁਜਾਵਾਂ ਨੇ AD ਤੇ BC, ਇਹ ਦੋਨੋਂ ਕੀ ਦਿੱਤੀਆਂ ਆਪਾਂ ਨੂੰ? ਆਪਸ ਵਿੱਚ ਬਰਾਬਰ ਹਨ। ਤਾਂ ਆਪਾਂ ਸਿੱਧ ਕਰਨਾ ਹੈ ਕਿ ABCD ਇੱਕ ਚੱਕਰੀ ਚਤੁਰਭੁਜ ਸਮਲੰਬ ਹੈ। ਤਾਂ ਦਿੱਤਾ ਹੈ ABCD ਇੱਕ ਸਮਲੰਬ ਹੈ ਜਿਸ ਵਿੱਚ AD ਅਤੇ BC ਅਸਮਾਂਤਰ ਭੁਜਾਵਾਂ ਉਹ ਸਮਾਨ ਹਨ, ਬਰਾਬਰ ਹਨ। AC ਤੇ BC ਤੇ AD ਕੀ ਹਨ? ਬਰਾਬਰ। ਆਪਾਂ ਸਿੱਧ ਕੀ ਕਰਨਾ ਹੈ? ABCD ਇੱਕ ਚੱਕਰੀ ਸਮਲੰਬ ਹੈ। ਤਾਂ ਰਚਨਾ ਵਿਦਿਆਰਥੀਓ BD ਬਿੰਦੂ D ਤੋਂ ਇੱਕ ਲੰਬ ਖਿੱਚੋ DM AB ਦੇ ਉੱਪਰ, DM ਲੰਬ AB ਦੇ ਉੱਪਰ, ਅਤੇ C ਦੇ ਨਾਲ ਇੱਕ ਲੰਬ ਖਿੱਚੋ CN ਉਹ ਵੀ AB ਦੇ ਉੱਪਰ। ਤਾਂ ਦੋ ਲੰਬ ਖਿੱਚ ਲਏ। ਉਸ ਤੋਂ ਬਾਅਦ ਸਬੂਤ ਵਜੋਂ ਵਿਦਿਆਰਥੀਓ ਦੋ ਤ੍ਰਿਭੁਜਾਂ ਲੈ ਲਓ, त्रिकोण DMA ये वाली त्रिकोण ते दूसरी CNB। तो विद्यार्थियों कोण DMA ये वाला कोण DMA, इधरों ये वाला कोण CNB, ये दोवें 90 डिग्री दे ने, दोवें बराबर होणगे। AD ते BC ये भुजा आपां नूं बराबर दित्ती हुई है। तो DM ते CN ये वाला DN ते CN ये दोवें की होणगे? बराबर होणगे। ਇਹ ਦੋਨੋਂ ਬਰਾਬਰ ਹੋਣਗੇ ਕਿਉਂਕਿ ਕਾਰਨ ਕੀ ਹੈ? ਸਮਾਂਤਰ ਰੇਖਾਵਾਂ ਦੇ ਵਿਚਕਾਰ ਲੰਬ ਦੂਰੀ ਸਥਿਰ ਹੁੰਦੀ ਹੈ। ਜਦੋਂ ਲੰਬ ਖਿੱਚਦੇ ਆ ਤਾਂ ਉਹ ਕੀ ਹੁੰਦੇ ਹਨ? ਬਰਾਬਰ ਹੁੰਦੇ ਹਨ। ਤਾਂ ਦੋਵੇਂ ਤ੍ਰਿਭੁਜਾਂ DMA ਸਮਰੂਪ ਹੋ ਗਈ, ਸਰਬਾਂਗਸਮ ਹੋ ਗਈ CNBC ਦੇ। ਨਿਯਮ ਕਿਹੜਾ ਲੱਗਿਆ? RHS ਨਿਯਮ। ਤਾਂ ਵਿਦਿਆਰਥੀਓ RHS ਨਿਯਮ ਨਾਲੇ ਬਰਾਬਰ ਹੋ ਗਏ। ਤਾਂ ਫਿਰ ਇਹਨਾਂ ਦੇ ਜਿਹੜੇ ਕੋਣ ਨੇ ਬਾਈ CPCT, A ਕੋਣ B ਕੋਣ ਦੇ ਬਰਾਬਰ ਹੋਏਗਾ। ਤਾਂ ADM ਆਹ ਵਾਲਾ ਕੋਣ NB BC N ਕੋਣ ਦੇ ਬਰਾਬਰ ਹੋਏਗਾ। ਤਾਂ ਨੈਕਸਟ ਵਿਦਿਆਰਥੀਓ ਹੁਣ ਆਪਾਂ ਨੂੰ ਦਿੱਤਾ ਹੈ ADM ਕੋਣ BCN ਦੇ ਬਰਾਬਰ ਹੈ। ਇਹ ਆਪਾਂ ਬਾਈ CPCT ਸਿੱਧ ਕੀਤਾ ਹੈ। ਇਸ ਵਿੱਚ 90 ਡਿਗਰੀ ਦਾ ਕੋਣ ਹੋਰ ਜੋੜਤਾ। ADM ਇਸ ਵਿੱਚ 90 ਡਿਗਰੀ ਦਾ ਕੋਣ ਜੋੜਤਾ, ਇਸ ਵਿੱਚ ਵੀ 90 ਡਿਗਰੀ ਦਾ ਕੋਣ ਹੋਰ ਜੋੜਤਾ। ਤਾਂ ਇਹ ਕੋਣ ਕਿਹੜਾ ਬਣ ਜਾਏਗਾ? MDC क्योंकि ये 90 डिग्री का है। MDC जोड़ता 90 डिग्री, इधरों जोड़ता NBCN NCD ये वाला कौन जोड़ता, ये भी कितना होएगा? 90 डिग्री। तब विद्यार्थियों MDC प्लस ADM बराबर NCD प्लस BCN हो गया क्योंकि ये दोवें की है 90 डिग्री दे है। तो फिर ये पूरा कोण की बन गया? जो इस कोण दे विच आह वाला कोण जोड़ता तो कोण बन गया ADC। लैफ्ट साइड वाला केड़ा कोण बन गया? ADC। और इधर वाला केड़ा बन गया? BCD। पूरा कोण बन जाएगा BCD। तो ये बराबर हो गए। तो ये विचकार वाली वैल्यू लिखती कोण D बराबर कोण की आ गया C। ये वाला कोण जिहड़ा है इस कोण दे की आ गया? बराबर आ गया। ਤਾਂ ਹੁਣ ਚਤੁਰਭੁਜ ABCD ਦੇ ਵਿੱਚ ਪੂਰੀ ਚਤੁਰਭੁਜ ਦੀ ਗੱਲ ਕਰਦੇ ਹਾਂ। ਚਤੁਰਭੁਜ ਦੇ ਚਾਰਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ? 360 ਡਿਗਰੀ। ਤਾਂ ਕੋਣ A, ਕੋਣ B, ਕੋਣ C, ਕੋਣ D ਕਿਹਦੇ ਬਰਾਬਰ ਹੋਏਗਾ? 360। ਤਾਂ A ਕੋਣ B ਕੋਣ ਦੇ ਬਰਾਬਰ ਹੈ, A ਕੋਣ B ਕੋਣ ਦੇ ਬਰਾਬਰ ਹੈ। ਇਹ ਵੀ ਆਪਾਂ ਬਾਈ CPCT ਸਿੱਧ ਕੀਤਾ ਹੈ। ਤਾਂ C ਕੋਣ D ਕੋਣ ਦੇ ਬਰਾਬਰ ਹੈ, ਇਹ ਆਪਾਂ ਉੱਪਰ ਸਿੱਧ ਕਰ ਲਿਆ। ਤਾਂ ਵਿਦਿਆਰਥੀਓ ਇੱਥੇ ਵੈਲਿਊ ਪੁੱਟ ਕਰ ਦਿਓ। B ਦੀ ਜਗ੍ਹਾ ਤੇ A ਦੀ ਜਗ੍ਹਾ ਤੇ ਕੋਣ B ਕੋਣ ਤੇ B ਕੋਣ ਦਾ ਜੋੜ ਕਿੰਨਾ ਹੋ ਗਿਆ? 2 ਗੁਣਾ B ਕੋਣ। C ਤੇ D ਵੀ ਬਰਾਬਰ ਹਨ ਤਾਂ 2 ਗੁਣਾ D ਕੋਣ ਬਰਾਬਰ 360। 2 ਸਾਂਝਾ ਆ ਗਿਆ ਇਹਦੇ ਚੋਂ, 2 ਸਾਂਝਾ ਕੱਢਿਆ, B ਕੋਣ ਪਲੱਸ D ਕੋਣ ਬਰਾਬਰ 360। ਤਾਂ B ਤੇ D ਦੋ ਇੱਧਰ ਆ ਕੇ ਡਿਵਾਈਡ ਹੋ ਗਿਆ। 360 ਨੂੰ 2 ਨਾਲ ਡਿਵਾਈਡ ਕੀਤਾ ਕਿੰਨਾ ਰਹਿ ਗਿਆ? 180 डिग्री। तो B कोण ते D कोण का जोड़ कितना आ गया? 180। तो आमने सामने वाले कोणों का जोड़ जेकर 180 आ जाए, इस तरह ही विद्यार्थियों इस तरह ही कोण A ते C का जोड़ भी कितना आ जाएगा?
180 डिग्री। तो फिर जे 180 आ रहा है तो ABCD एक ਚੱਕਰੀ ਸਮਲਮ ਹੋਏਗੀ। ABCD ਇੱਕ ਚੱਕਰੀ ਸਮਲਮ ਹੋਵੇਗੀ। ਤਾਂ ਵਿਦਿਆਰਥੀਓ ਐਕਸਰਸਾਈਜ਼ ਜਿਹੜੀ ਹੈ 10.5 ਇਸ ਦੇ ਪਹਿਲੇ 8 ਕੁਐਸਚਨ ਕੰਪਲੀਟ ਹੋ ਚੁੱਕੇ ਨੇ। ਪਾਰਟ 1 ਦੀ ਵੀਡੀਓ ਦੇ ਵਿੱਚ ਪਹਿਲੇ 4 ਕੁਐਸਚਨ ਕੰਪਲੀਟ ਕੀਤੇ ਨੇ, ਪਾਰਟ 2 ਦੀ ਵੀਡੀਓ ਦੇ ਵਿੱਚ 4 ਕੁਐਸਚਨ ਔਰ ਪਾਰਟ 3 ਦੀ ਵੀਡੀਓ ਦੇ ਵਿੱਚ ਵੀ 4 ਕੁਐਸਚਨ ਕੰਪਲੀਟ ਕਰਾਂਗੇ। ਤਾਂ IPS ਮੈਥ ਕਲਾਸਿਸ ਜੁਆਇਨ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਨੈਕਸਟ ਵੀਡੀਓ ਦੇ ਵਿੱਚ ਫਿਰ ਮਿਲਾਂਗੇ। ਧੰਨਵਾਦ।